ਇਹ ਸਨ ਸਰਦਾਰ ਪ੍ਰਭਜੋਤ ਸਿੰਘ ਜੀ, ਜਿਨ੍ਹਾਂ ਨੇ ਬੜੇ ਸੁੰਦਰ ਢੰਗ ਨਾਲ ਬਹੁਤ ਹੀ ਸੂਦਿੰਗ ਮਿਊਜ਼ਿਕ ਦੇ ਵਿੱਚ ਆਪ ਜੀ ਨੂੰ ਦੋ ਸ਼ਬਦ ਸੁਣਾ ਕੇ ਨਿਹਾਲ ਕੀਤਾ ਹੈ। ਵਾਹਿਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਹੀ ਸਾਧ ਸੰਗਤ ਦੀ ਸੇਵਾ ਕਰਦੇ ਰਹਿਣ। Now, in our congregation, we also have, as introduced earlier on, Dean of Peterborough, Chris Donaldson. Chris Dalliston. Very Reverend Chris Dalliston was installed as Dean of Peterborough in January 18. I know, Chris, you were born in Diss, Norfolk, back in 1956. I have to introduce you here. I know you love poetry, music, and equally jazz as well. I'm sure you must have enjoyed this latest music you heard today. We are very grateful you are here today to spend some time with us. And as I said earlier on, this occasion is being celebrated as integrating the communities and having a cohesion amongst us, which sometimes you see lacking in some communities. We're very fortunate in Peterborough. We have a very peace-loving Sikh community. They would like to welcome you and ask you to come on stage. We are very happy that you recognize the Sikhs in Peterborough are a peaceful community, and we would like to keep it like that way. And I'm sure whenever there is there is a time of need, Sikhs will always be there for all the communities in Peterborough. We're grateful to you that you made some time for us today, and in recognition of our 550th celebrations, we would like to present you with a memento. I'm sure you have got plenty of those in your house, but this is from the Sikh community in Peterborough for 550th celebration, and it's a very honourable symbol in the Sikh faith, and I'm sure you'll respect it like we respect. I will indeed, yes, and I will treasure it. Thank you. ਮੈਂ ਹੁਣ ਬੇਨਤੀ ਕਰਾਂਗਾ ਸਾਡੇ ਵੱਡੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ, ਉਹ ਆ ਕੇ ਸੰਗਤਾਂ ਨੂੰ 2 ਮਿੰਟ ਵਾਸਤੇ ਆਪਣੇ ਸ਼ੁਭ ਵਿਚਾਰ ਦੇ ਕੇ ਜਾਣ, ਕਿਉਂਕਿ ਮੈਂ ਖਿਮਾ ਚਾਹੁੰਦਾ ਹਾਂ ਕਿ ਸਮਾਂ ਬਹੁਤ ਜ਼ਿਆਦਾ ਹੋ ਗਿਆ, ਪਰ ਹਰ ਇੱਕ ਬੁਲਾਰੇ ਦੀ ਇੱਜ਼ਤ ਕਰਨਾ ਸਾਡਾ ਫਰਜ਼ ਹੈ। ਮੈਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਉਹ 2 ਮਿੰਟ ਵਾਸਤੇ ਸੰਗਤਾਂ ਦਾ ਧੰਨਵਾਦ ਕਰਨ ਜੀ। ਪਰਮ ਸਤਿਕਾਰਯੋਗ ਗੁਰੂ ਪ੍ਰਸਾਦ ਸਿੰਘ ਜੀਓ, ਆਪ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਸਾਰੀਆਂ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਕਿਉਂ ਇਕੱਤਰ ਹੋਈਆਂ ਹਨ। 550 ਸਾਲਾ ਪੁਰਬ ਦਿਹਾੜਾ, ਜਨਮ ਦਿਹਾੜਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਇੱਥੇ ਹੀ ਨਹੀਂ ਹੈ, ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਸਾਰੇ ਸਥਾਨਾਂ 'ਤੇ ਜਿੱਥੇ ਵੀ ਸਿੱਖ ਕਮਿਊਨਿਟੀ ਹੈ, ਬੜੇ ਉਤਸ਼ਾਹਜਨਕ ਮਨਾਇਆ ਜਾ ਰਿਹਾ ਹੈ। ਗੁਰਦੁਆਰਾ ਬਾਬਾ ਬੁੱਢਾ ਜੀ ਸਾਹਿਬ, ਗੁਰਦੁਆਰਾ ਸਿੰਘ ਸਭਾ ਸਾਹਿਬ, ਦੋਨਾਂ ਕਮੇਟੀਆਂ ਨੇ ਰਲ ਕੇ ਬੜਾ ਉਤਸ਼ਾਹਜਨਕ ਉਪਰਾਲਾ ਕੀਤਾ। 550 ਸਾਲਾ ਬਹੁਤ ਧੂਮਧਾਮ ਦੇ ਨਾਲ, ਬੜੇ ਉਤਸ਼ਾਹਜਨਕ ਦੇ ਨਾਲ ਸਾਰੀਆਂ ਸੰਗਤਾਂ ਨੂੰ ਨਾਲ ਲੈ ਕੇ ਹੁਮ-ਹੁਮਾ ਕੇ ਮਨਾਇਆ ਹੈ, ਨਗਰ ਕੀਰਤਨ ਹੋਇਆ ਹੈ। ਸੋ ਦੋਨਾਂ ਕਮੇਟੀਆਂ ਨੂੰ ਔਰ ਸਾਰੇ ਪੀਟਰਬਰਾ ਸਾਹਿਬ ਸਰਬ ਸੰਗਤਾਂ ਨੂੰ ਦਾਸ ਵੱਲੋਂ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ ਕਰੇ, ਨਾਮ ਭਗਤੀ ਸਿਮਰਨ ਦੀ ਦਾਤ ਬਖਸ਼ਿਸ਼ ਕਰੇ। ਮੈਂ ਲਿਖ ਕੇ ਤੇ ਕਵਿਤਾ ਲਿਆਇਆ ਸੀ, ਪਰ ਸਾਡੇ ਛੋਟੇ ਭਾਈ ਸਾਹਿਬ ਦੇ ਦੱਸਣ ਅਨੁਸਾਰ ਜਿੰਨਾ ਕੁ ਸਮਾਂ ਉਸ ਸਮੇਂ ਦੇ ਵਿੱਚ ਰਹਿਣਾ ਯੋਗ ਹੈ। ਸਾਰੀਆਂ ਪ੍ਰਬੰਧਕ ਕਮੇਟੀਆਂ ਦਾ ਵੀ ਧੰਨਵਾਦ ਆ, ਸਟੇਜ ਸਕੱਤਰ ਦਾ ਵੀ ਧੰਨਵਾਦ ਆ, ਜਿਨ੍ਹਾਂ ਨੇ ਚੰਦ ਸ਼ਬਦ ਬੋਲਣ ਵਾਸਤੇ ਦਾਸ ਨੂੰ ਟਾਈਮ ਦਿੱਤਾ ਹੈ। ਸੋ ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦੀ ਹਾਂ ਔਰ ਸਾਰਿਆਂ ਨੂੰ
500 ਸਾਲ ਦੇ 550 ਸਾਲਾਂ ਦੇ ਦਿਨ ਦੀਆਂ ਖੁਸ਼ੀਆਂ ਦੇ ਉੱਤੇ ਬਹੁਤ ਬਹੁਤ ਵਧਾਈਆਂ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ, ਜਿਨ੍ਹਾਂ ਨੇ ਆਪਣੇ ਸ਼ੁਭ ਵਿਚਾਰ ਸੰਗਤਾਂ ਨੂੰ ਦਰਸਾਏ ਹਨ। ਅਸੀਂ ਬਹੁਤ ਧੰਨਵਾਦੀ ਹਾਂ ਜਿਹੜੇ ਸਮੇਂ ਵਿੱਚ ਰਹਿ ਕੇ ਉਹਨਾਂ ਨੇ ਸੰਗਤਾਂ ਦਾ ਸਤਿਕਾਰ ਕੀਤਾ ਹੈ। ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਵਿੱਚ ਅੱਜ ਇਸ ਸੁੰਦਰ ਮੌਕੇ 'ਤੇ ਭਾਈ ਅਜੀਤ ਸਿੰਘ ਜੀ, ਜਿਨ੍ਹਾਂ ਨੇ ਇਸ ਗੁਰਦੁਆਰਾ ਸਾਹਿਬ ਵਿੱਚ ਮੇਰੇ ਖਿਆਲ 30-35 ਸਾਲ ਕੀਰਤਨ ਦੀ ਸੇਵਾ ਕੀਤੀ ਹੈ, ਉਹ ਮੌਜੂਦ ਹਨ। ਮੈਂ ਬੇਨਤੀ ਕਰਾਂਗਾ ਕਿ ਸਰਦਾਰ ਜੋਗਾ ਸਿੰਘ ਜੀ, ਜੋ ਇਸ ਗੁਰਦੁਆਰਾ ਸਾਹਿਬ ਜੀ ਦੇ ਕਰਤਾ ਧਰਤਾ ਹਨ, ਉਹ ਪਹੁੰਚਣ ਔਰ ਭਾਈ ਸਾਹਿਬ ਭਾਈ ਅਜੀਤ ਸਿੰਘ ਜੀ ਦਾ ਜੋ ਸਿਰੋਂ ਪਾਓ ਨਾਲ ਸਤਿਕਾਰ ਕਰਨਾ ਹੈ, ਉਹ ਪਲੀਜ਼ ਉਸ ਰਸਮ ਨੂੰ ਅਦਾ ਕਰਨ। ਭਾਈ ਸਾਹਿਬ ਭਾਈ ਜੋਗਾ ਸਿੰਘ ਜੀ, ਔਰ ਮੈਂ ਬੇਨਤੀ ਕਰਾਂਗਾ ਕਿ ਗਿਆਨੀ ਅਜੀਤ ਸਿੰਘ ਜੀ ਨੂੰ ਕਿ ਉਹ ਵੀ ਸਟੇਜ 'ਤੇ ਪਹੁੰਚਣ ਤਾਂ ਕਿ ਇਸ ਸਤਿਕਾਰ ਨੂੰ ਸੰਗਤਾਂ ਕੋਲੋਂ ਆਪਣੇ ਕਾਰਕਰਮਾਂ ਨਾਲ ਪ੍ਰਾਪਤ ਕਰਨ। ਭਾਈ ਸਾਹਿਬ ਭਾਈ ਜੋਗਾ ਸਿੰਘ। ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਆਓ ਫਿਰ ਗੁਰੂ ਦੀ ਬਖਸ਼ੀ ਫਤਿਹ ਦੇ ਨਾਲ ਸਾਂਝ ਪਾਈਏ। ਸਾਰਿਆਂ ਨੇ ਸਾਥ ਦੇਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਬਾਹ ਤੋਂ ਲੈ ਕੇ ਹੁਣ ਤੱਕ ਤੁਸੀਂ ਸਾਰਿਆਂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਸਾਥ ਦਿੱਤਾ ਹੈ ਕਮੇਟੀ ਦਾ, ਜੋ ਆਪਾਂ 550 ਸਾਲਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਨਾ ਰਹੇ ਹਾਂ। ਇਹ ਤੋਂ ਪਹਿਲਾਂ ਕਿ ਮੈਂ ਦੱਸ ਅੱਗੇ ਚੱਲੇ, ਆਪਾਂ ਜੀਤ ਸੋਹਣਾ ਨੇ, ਜਿਨ੍ਹਾਂ ਨੇ 30 ਸਾਲ ਇਸ ਗੁਰਦੁਆਰਾ ਕੀਰਤਨ ਦੀ ਸੇਵਾ ਕੀਤੀ ਹੈ, ਉਹਨਾਂ ਨੇ ਆਪਣੇ ਆਪ ਹੀ ਰਿਟਾਇਰਮੈਂਟ ਲੈ ਲਈ ਹੈ। ਅਸੀਂ ਕਮੇਟੀ ਦੀ ਤਰਫ ਤੋਂ ਉਹਨਾਂ ਦਾ ਸਨਮਾਨ ਕਰਨ ਜਾ ਰਹੇ ਹਾਂ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਆਪਾਂ ਸਾਰੇ ਹੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਜਨਮ ਦਿਨ ਮਨਾ ਰਹੇ ਹਾਂ। ਬੜੇ ਬੜੇ ਪੰਡਾਲ ਸਜਾ ਰਹੇ ਹਾਂ, ਲੰਗਰ ਚਲਾ ਰਹੇ ਹਾਂ, ਨਗਰ ਕੀਰਤਨ ਕੱਢ ਰਹੇ ਹਾਂ। ਕਿਆ ਕਦੇ ਅਸੀਂ ਇਹ ਵੀ ਸੋਚਿਆ ਕਿ ਜਿਹੜੀ ਉਹਨਾਂ ਦਾ ਉਪਦੇਸ਼ ਸੀ, ਜੋ ਉਹ ਚਾਹੁੰਦੇ ਸੀ, ਉੱਧਰ ਨੂੰ ਵੀ ਕਿਸੇ ਨੇ ਸੋਚਿਆ? ਉਹ ਚਾਹੁੰਦੇ ਸੀ ਸਾਡੀ ਮਨੁੱਖਤਾ ਅਸੀਂ ਇੱਕ ਬਰਾਬਰ ਹਾਂ। ਕਦੇ ਅਸੀਂ ਆਪਣੇ ਆਪ ਨੂੰ ਇੱਕ ਬਰਾਬਰ ਸਮਝਿਆ? ਨਹੀਂ। ਫਿਰ ਇਹ ਜਿਹੜੀ ਇਹ ਤਾਂ ਸ਼ੋਭਾ ਆ ਦਿਖਾਵਾ ਵਾ ਸਾਹਿਬ ਮੇਰੇ ਹਿਸਾਬ ਨਾਲ। ਫਿਰ ਵੀ ਬਹੁਤ ਚੰਗੀ ਗੱਲ ਹੈ ਕਿ ਆਪਾਂ ਨੂੰ ਇਕੱਠੇ ਬਹਿਣ ਦਾ ਚਾਂਸ ਮਿਲਿਆ। ਆਪਾਂ ਇਕੱਠੇ ਹੋਏ ਹਾਂ, ਦੋਹਾਂ ਗੁਰਦੁਆਰੇ ਨੇ ਇਕੱਠੇ ਬੈਠ ਕੇ ਮਿਲਾਇਆ ਦਿਨ ਮਨਾਇਆ। ਬਹੁਤ ਖੁਸ਼ੀ ਦੀ ਗੱਲ ਆ। ਸਾਰੀ ਸੰਗਤ ਵਧਾਈਆਂ ਦੀ ਪਾਤਰ ਆ। ਪਰ ਆਪਾਂ ਅੱਗੇ ਲਈ ਆਪਾਂ ਸਾਰੇ ਅਗਰ ਇਸ ਚੀਜ਼ ਨੂੰ ਮੰਨੀਏ ਕਿ ਅੱਜ ਆਪਾਂ ਇਹ ਚੀਜ਼ ਮੰਨ ਲੈਣੀ ਵੀ ਆਪਾਂ ਪਿਆਰ ਨਾਲ ਚੱਲਣਾ, ਇੱਕ ਦੂਜੇ ਦੀ ਇੱਜ਼ਤ ਮਾਣ ਕਰਨਾ, ਵਿਰੋਧਤਾ ਛੱਡ ਦਈਏ, ਫਿਰ ਮੈਂ ਸੋਚੂੰਗਾ ਇਹ ਸਹੀ ਸ਼ਰਧਾਂਜਲੀ ਜਾਂ ਸਹੀ ਗੁਰਪੁਰਬ ਹੈ, ਗੁਰੂ ਨਾਨਕ ਦੇਵ ਜੀ ਨੂੰ ਮਨਾਉਣ ਦਾ ਫਾਇਦਾ ਹੈ। ਆਓ ਦਾਸ ਬੇਨਤੀ ਕਰੇ। ਹਰਬੰਸ ਸਿੰਘ ਜੀ ਸੁੰਨੜ 2 ਮਿੰਟ ਵਾਸਤੇ ਆਪ ਨੂੰ ਸੰਬੋਧਨ ਹੋਣਾ ਚਾਹੁੰਦੇ ਹਨ। ਉਸ ਤੋਂ ਬਾਅਦ ਗਿਆਨੀ ਜੀ ਆਨੰਦ ਸਾਹਿਬ ਦਾ ਪਾਠ, ਅਰਦਾਸ। ਸਾਰੀ ਸੰਗਤ ਨੂੰ ਬੇਨਤੀ ਹੈ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਆਓ ਸੁੰਨੜ ਸਾਹਿਬ ਨੂੰ ਮਾਫ਼ ਕਰਨਾ, ਪਿੱਛੇ ਹਾਲੇ ਜਿਹਦੇ ਖੜ੍ਹੇ ਆ। ਆਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਈਮਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੁਸ਼ੋਭਿਤ ਹੋ ਰਹੀ ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਇਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਿਪੇ ਅੰਧੇਰ ਪਲੋਇਆ।
ਸਤਿਗੁਰ ਨੇ ਇਹੋ ਜਿਹਾ ਸ਼ਬਦ ਛੱਡਿਆ, ਮਾਰਿਆ ਛਿੱਕਾ ਜਗਤ ਵਿੱਚ ਨਾਨਕ ਨਿਰਮਲ ਰੀਤ, ਨਿਰਮਲ ਪੰਥ ਚਲਾਇਆ। ਇਹੋ ਜਿਹਾ ਛਿੱਕਾ, ਇਹੋ ਜਿਹਾ ਤੀਰ ਸ਼ਬਦ ਦਾ ਮਾਰਿਆ ਜਿਸ ਦੇ ਨਾਲ ਸਾਰਿਆਂ ਦੇ ਸੀਨੇ ਬਿੰਨ ਦਿੱਤੇ। ਭਾਵ ਇੱਕ ਸੀਨਾ ਹੁੰਦਾ, ਤੀਰ ਮਾਰਨ ਦੇ ਨਾਲ ਬੰਦੇ ਦੀ ਮੌਤ ਹੋ ਜਾਂਦੀ, ਜ਼ਖਮੀ ਹੋ ਜਾਂਦਾ, ਪਰ ਸਤਿਗੁਰ ਨੇ ਆਤਮਾ ਤੌਰ ਦੇ ਉੱਤੇ ਜਾਗਰਤ ਕਰ ਦਿੱਤਾ। ਸਤਿਗੁਰ ਕਹਿੰਦੇ ਨੇ, ਹੁਣੇ ਯੋਗਾ ਸਿੰਘ ਦੱਸ ਕੇ ਗਿਆ ਵੀ ਲੈ ਬਈ ਕਿਰੀਤੀਆਂ ਤੋਂ ਬਚਣਾ ਚਾਹੀਦਾ। ਜੇ ਮੰਨਦੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਉਹਨੂੰ ਪੱਲੇ ਬੰਨ੍ਹ ਲੈਣਾ ਚਾਹੀਦਾ। ਸਤਿਗੁਰ ਕਹਿੰਦੇ ਨੇ, ਸਿੰਬਲ ਰੁੱਖ ਸਰਾਰਾ ਅਤ ਧੀਰਜ ਅਤ ਮੁੱਚ, ਉਹ ਜੇ ਆਵੇ ਆਸ ਕਰ ਜਾਏ ਨਿਰਾਸੇ ਕਿਤ, ਫਲ ਫਿੱਕੇ ਫੁੱਲ ਬੱਕ ਬੱਕੇ ਕੰਮ ਨ ਆਵੇ ਪਤ, ਮਿੱਠਤ ਨੀਵੀਂ ਨਾਨਕਾ ਗੁਣ ਚਗਿਆਈਆਂ ਤਤ, ਸਭ ਕੋਈ ਨਿਵੇ ਆਪ ਕੋ ਕੋਉ ਨਿਵੇ ਨ ਕਾਏ, ਧਾਰਤ ਰਾਜੂ ਤੋਲੀਏ ਨਿਵੇ ਸੇ ਗੌਰਾ ਹੋਏ, ਅਪਰਾਧੀ ਦੂਣਾ ਨਿਵੇ ਹਿਤ ਮਰਗਾਏ, ਸੀਸ ਨਵਾਇਆ ਕਿਆ ਥੀਆ ਜੇ ਰੈਦਕ ਸਿੱਧੇ ਜਾਏ। ਸਤਿਗੁਰ ਕਹਿੰਦੇ ਨੇ, ਸਿੰਬਲ ਦਾ ਰੁੱਖ ਕਿੰਨਾ ਸੋਹਣਾ ਪੱਧਰਾ ਅਤੇ ਮੋਟਾ ਹੁੰਦਾ ਹੈ। ਜਿਹੜੇ ਪੰਛੀ ਉਸ 'ਤੇ ਆਸ ਰੱਖ ਕੇ ਆ ਬੈਠਦੇ ਨੇ, ਆਖਰ ਉਹ ਨਿਰਾਸ਼ ਹੋ ਕੇ ਕਿਉਂ ਜਾਂਦੇ ਨੇ? ਕਿਉਂਕਿ ਉਹਦੇ ਫਲ ਫਿੱਕੇ, ਫੁੱਲ ਬੱਕ ਬੱਕੇ, ਪੱਤੇ ਵੀ ਕਿਸੇ ਕੰਮ ਨਹੀਂ ਆਉਂਦੇ। ਮਿੱਠਤ ਨੀਵੀਂ ਨਾਨਕਾ ਗੁਣ ਚਗਿਆਈਆਂ ਤਤ, ਮਿੱਠੇ ਬੋਲਣ ਦੇ ਵਿੱਚ ਗੌਣਿਆਂ ਚਗਿਆਈਆਂ ਦਾ ਤੱਤ ਹੈ। ਸਭ ਕੋਈ ਨਿਵੇ ਆਪ ਕੋ ਕੋਈ ਨਿਵੇ ਨ ਕੋਈ, ਹਰ ਇੱਕ ਮਨੁੱਖ ਆਪਣੇ ਲਈ ਲਿਖਦਾ ਹੈ, ਕੋਈ ਕਿਸੇ ਦੇ ਖਾਤਰ ਨਹੀਂ। ਜੇਕਰ ਤੱਕੜੀ ਦੇ ਛਾਬੇ ਵਿੱਚ ਭਾਰ ਪਾ ਕੇ ਤੋਲਿਆ ਜਾਵੇ ਤਾਂ ਵੀ ਜਿਹੜਾ ਪਾਸਾ ਨੀਵਾਂ ਹੋਵੇ ਉਸ ਨੂੰ ਭਾਰੂ ਮੰਨ ਲਿਆ ਜਾਂਦਾ ਹੈ। ਅਪਰਾਧੀ ਦੂਣਾ ਨਿਵੇ ਸਿਰਨ, ਅਪਰਾਧੀ ਜਿਹੜਾ ਇੱਕ ਸ਼ਿਕਾਰੀ ਆਪਣਾ ਇੱਕ ਸ਼ਿਕਾਰੀ ਸ਼ਿਕਾਰ ਦੀ ਸੇਧ ਬੰਨ੍ਹਣ ਦੇ ਲਈ ਲਿਖ ਕੇ ਦੋਹਰਾ ਹੋ ਜਾਂਦਾ ਹੈ, ਪਰ ਉਹ ਲਿਖਦਾ ਹੈ ਕਿਸੇ ਦੀ ਜਾਨ ਲੈਣ ਨੂੰ। ਸਤਿਗੁਰ ਕਹਿੰਦੇ ਨੇ, ਸੀਸ ਨਵਾਇਆ ਕਿਆ ਥੀਆ ਜੇ ਰਿਦਕ ਸਿੱਧੇ ਜਾਏ। ਸਿਰ ਦੇ ਨਵਾਉਣ ਦੇ ਨਾਲ ਕੀ ਪ੍ਰਾਪਤ ਕੀਤਾ ਜਾ ਸਕਦਾ ਹੈ? ਜੇਕਰ ਮਨ ਦੇ ਵਿੱਚ ਵਿਕਾਰਾਂ ਦੀ ਲਹਿਰ ਚੱਲਦੀ ਹੋਵੇ। ਸਤਿਗੁਰ ਦੇ ਅੱਗੇ ਮੱਥਾ ਟੇਕਿਆ ਹੋਇਆ ਤਾਂ ਹੀ ਲਾਹੇਵੰਦ ਹੋ ਸਕਦਾ ਏ। ਜੇਕਰ ਅਸੀਂ ਮਨੋਂ ਮੱਥਾ ਟੇਕੀਏ, ਜੇਕਰ ਅਸੀਂ ਕਹੀਏ ਵੀ ਲੈ ਵੇ ਮੈਂ 10 ਪੌਂਡ ਚੜ੍ਹਾ ਤੇ 5 ਪੌਂਡ ਚੜ੍ਹਾ ਤੇ, ਇਹ ਵਡਿਆਈਆਂ ਹੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਆਪਣੇ ਲਈ, ਸਮਾਜ ਦੇ ਕਰਕੇ, ਪਰ ਮਨ ਦੇ ਵਿੱਚ ਪਵਿੱਤਰਤਾ ਨਹੀਂ ਆ ਸਕਦੀ। ਮਨ ਦੇ ਵਿੱਚ ਪਵਿੱਤਰਤਾ ਤਾਂ ਹੀ ਆਊਗੀ ਜੇਕਰ ਗੁਰੂ ਦਾ ਸ਼ਬਦ ਜੋ ਆਖਦਾ ਹੈ ਉਹਦੇ ਮੁਤਾਬਕ ਅਸੀਂ ਤੁਰ ਜਾਈਏ। ਜਿਵੇਂ ਗੁਰਬਾਣੀ ਦੇ ਮੁਤਾਬਕ ਕੁਛ ਪੰਗਤੀਆਂ ਹੀ ਲੈ ਕੇ ਉਹਦੇ ਉਦਾਰਤਾ ਦੇ ਉੱਤੇ ਅਸੀਂ ਜ਼ਿੰਦਗੀ ਨੂੰ ਬਣਾ ਲਈਏ ਤਾਂ ਸਾਡਾ ਸੁਧਾਰ ਹੋ ਸਕਦਾ ਹੈ। ਸੋ ਸਤਿਗੁਰ ਅੱਗੇ ਮੱਥਾ ਟੇਕਿਆ ਹੋਇਆ ਤਾਂ ਹੀ ਲਾਹੇਵੰਦ ਹੈ। ਅੱਜ ਸਾਡਾ 550 ਸਾਲਾ ਮਨਾਇਆ ਹੋਇਆ ਮਨੋਰਥ ਤਾਂ ਹੀ ਸਫਲ ਹੋਵੇਗਾ ਜੇਕਰ ਅਸੀਂ ਜ਼ਿੰਦਗੀ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਤਬਦੀਲ ਕਰਕੇ ਚੱਲਣ ਦਾ ਪਰਨ ਕਰੀਏ, ਬਚਨ ਕਰੀਏ ਅਤੇ ਆਉਣ ਵਾਲੀਆਂ ਕੌਮਾਂ ਆਪਣਿਆਂ ਬੱਚਿਆਂ ਨੂੰ ਇੱਧਰਲੇ ਪਾਸੇ ਤੋਰਨ ਦਾ ਯਤਨ ਕਰੀਏ। ਭਾਵੇਂ ਅਸੀਂ ਅੱਜ ਸਾਰੀ ਦੁਨੀਆ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਮਨਾ ਰਹੇ ਹਾਂ। ਅੱਜ ਕੱਲ੍ਹ ਇੰਟਰਨੈਟ ਵੀ ਚੱਲ ਪਿਆ। ਇੰਟਰਨੈਟ ਦੇ ਉੱਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਹਰ ਇੱਕ ਘਰ ਘਰ ਪਹੁੰਚ ਰਹੀ ਹੈ। ਇਹ ਗੱਲ ਕੋਈ ਨਹੀਂ ਕਿ ਕੋਈ ਅਨਪੜ੍ਹ ਹੈਗਾ। ਹਰ ਇੱਕ ਬੱਚੇ ਦੇ ਟੈਲੀਫੋਨ ਦੇ ਉੱਤੇ ਸਤਿਗੁਰ ਦੀ ਬਾਣੀ ਅਲਾਪਤ ਕੀਤੀ ਹੈ। ਹਰ ਦੂਜੇ ਪਾਸੇ ਨੂੰ ਸਾਰੀਆਂ ਬੋਲੀਆਂ ਦੇ ਵਿੱਚ, ਫਰਾਂਸ, ਜਰਮਨ, ਡੈਨਮਾਰਕ, ਕੋਈ ਵੀ
ਰਸ਼ੀਆ ਕੈਨੇਡਾ ਕਿਸੇ ਮੁਲਕ ਵਿੱਚ ਚਲੇ ਜਾਈਏ, ਹਰ ਇੱਕ ਬੋਲੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਲੱਥਾ ਕੀਤਾ ਗਿਆ ਹੈ। ਜਿਹੜਾ ਵੀ ਕੋਈ ਇਹਦੇ ਉੱਤੋਂ ਸਬਕ ਲੈ ਕੇ ਆਪਣੀ ਜ਼ਿੰਦਗੀ ਨੂੰ ਸੱਚ ਦੇ ਮਾਰਗ ਦੇ ਉੱਤੇ ਢਾਲਣਾ ਚਾਹੇ, ਉਹ ਢਾਲ ਸਕਦਾ ਹੈ। ਸੋ ਸਤਿਗੁਰ ਨੇ ਸਾਨੂੰ ਐਡੀ ਵੱਡੀ ਦੇਣ ਦਿੱਤੀ ਹੈ, ਉਸ ਦੇਣ ਨੂੰ ਅਸੀਂ ਸਾਂਭੀਏ, ਕਿਉਂਕਿ ਇੱਥੇ ਸਦਾ ਨਹੀਂ ਬੈਠ ਰਹਿਣਾ। ਦੁਨੀਆ ਚਲੋ ਚੱਲੀ ਦਾ ਮੇਲਾ ਆ। ਅੱਜ ਕੱਲ੍ਹ ਭਲਕੇ ਜਾਂਦਾ ਕਿਸੇ ਸਰੀਰ, ਪਤਾ ਹੀ ਨਹੀਂ ਕਦੋਂ ਚਲੇ ਜਾਣਾ। ਆ ਸਵਾਸ ਆਉਣਾ ਕਿ ਨਹੀਂ ਆਉਣਾ, ਇਹ ਸਤਿਗੁਰ ਨੇ ਇੱਕ ਜ਼ਿੰਦਗੀ ਦਾਤ ਦਿੱਤੀ ਆ। ਦਾਤ ਦਿੱਤੀ ਆ। ਇਹ ਦਾਤ ਸਤਿਗੁਰ ਦੀ ਦਿੱਤੀ ਆ, ਕੋਈ ਮਨੁੱਖ ਨਹੀਂ। ਬਾਕੀ ਚੀਜ਼ਾਂ ਖਰੀਦੀਆਂ ਜਾ ਸਕਦੀਆਂ, ਪਰ ਇਹ ਸਵਾਸ ਰੂਪੀ ਸੱਤਿਆ ਅੱਜ ਤਾਈਂ ਐਡੇ ਐਡੇ ਵੱਡੇ ਸਾਇੰਸਦਾਨ ਹੋ ਚੁੱਕੇ ਆ, ਹੁੰਦੇ ਰਹਿਣਗੇ। ਪਰ ਇਹ ਦਾਤ ਜਿਹੜੀ ਹੈਗੀ ਆ, ਉਹ ਮਾਲਕ ਦੀ ਦਿੱਤੀ ਹੋਈ ਆ। ਜਿੰਨੇ ਅਸੀਂ ਬੈਠੇ ਹਾਂ ਪੰਡਾਲ ਦੇ ਵਿੱਚ, ਕੋਈ ਇਹ ਦਾਅਵਾ ਕਰ ਸਕਦਾ, ਕੋਈ ਬਾਣ ਕਰ ਸਕਦਾ। ਮਨੁੱਖ ਨੇ ਚੀਜ਼ਾਂ ਬਣਾਈਆਂ ਉਹਦੀ ਗਾਰੰਟੀ ਦੇਣ ਦਾ, 50 ਸਾਲ ਦੀ, 100 ਸਾਲ ਦੀ। ਮਨੁੱਖ ਨੇ ਮਕਾਨ ਬਣਾਏ, ਜਿਹੜਾ ਮਿਸਤਰੀ ਬਣਾਉਂਦਾ 5 ਸਾਲ ਦੀ ਗਾਰੰਟੀ ਦੇਣ ਦਾ। ਪਰ ਆਪਣੇ ਸਵਾਸਾਂ ਦੀ ਗਾਰੰਟੀ ਅੱਜ ਕੱਲ੍ਹ ਸਾਇੰਸ ਭਾਵਾਂ ਚੰਦ ਸੂਰਜ 'ਤੇ ਪਹੁੰਚ ਗਈ ਆ, ਕਿਸੇ ਨੇ ਮਤਲਬ ਅੱਜ 'ਤੇ ਗਾਰੰਟੀ ਦਿੱਤੀ ਆ। ਕੋਈ ਇੱਥੇ ਰਿਹਾ, ਹਰ ਇੱਕ ਨੂੰ ਜਾਣਾ ਪਿਆ। ਸੋ ਇਹ ਸਾਨੂੰ ਲਾਹਾ ਆ ਗੁਰੂ ਸ਼ਬਦ ਦਾ। ਕਿਉਂ ਲਾਹਾ ਆ, ਕਾਹਦੇ ਪ੍ਰਾਪਤ ਕਰਨਾ ਜ਼ਰੂਰੀ ਵੀ ਇੱਕ ਗੱਲ ਹੈਗੀ ਆ। ਕਿਉਂਕਿ ਜਿੱਦਾਂ ਦਾ ਬੰਦੇ ਦਾ ਸੁਭਾਅ ਆ, ਇਹ ਸੁਭਾਅ ਆਤਮਾ ਦੇ ਨਾਲ ਜਾਂਦਾ। ਉਹਦੇ ਮੁਤਾਬਕ ਮਨੁੱਖਤਾ ਨੂੰ ਦੂਜੇ ਜਨਮ ਦੇ ਵਿੱਚ, ਤਦੇ ਕਹਿੰਦੇ ਆ ਪਿਛਲੇ ਜਨਮ ਦਾ ਲੇਖਾ ਜੋਖਾ। ਪਿਛਲੇ ਜਨਮ ਦਾ ਲੇਖਾ ਜੋਖਾ ਤਾਂ ਹੀ ਦਿੱਤਾ ਜਾ ਸਕਦਾ ਜੇਕਰ ਪਿਛਲੇ ਸੰਸਕਾਰ ਕਹਿਣਾ ਇਹਦੇ ਉੱਗੜ ਕੇ ਆ ਗਿਆ ਮੂਹਰੇ, ਤਾਂ ਮਤਲਬ ਇਹ ਬਾਦਸ਼ਾਹ ਬਣਿਆ, ਤਾਂ ਇੱਧਰਲੇ ਪਾਸੇ ਨੂੰ ਬਣਿਆ। ਇਹ ਸੰਸਕਾਰ ਜਿਹੜੇ ਹਮੇਸ਼ਾ ਲਈ ਨਾਲ ਜਾਂਦੇ ਆ। ਹੋਮੇ ਇਹਾਂ ਜਾਤ ਹੈ, ਹੋਮੇ ਕਰਮ ਕਮਾਏ, ਹੋਮੇ ਕਿੱਥੋਂ ਉਪਜੇ, ਕਿਤ ਸੰਜਮੇ ਜਾਏ। ਹੋਮੇ ਧੀਰਗ ਰੋਗ ਹੈ, दारू ਵੀ ਸਮਾਏ। ਕਿਰਪਾ ਕਰੇ ਜੇ ਆਪਣੀ ਗੁਰ ਕਾ ਸ਼ਬਦ ਕਮਾਏ। ਜਿਸ 'ਤੇ ਮਿਹਰ ਹੋਵੇ, ਉਹ ਇੱਧਰਲੇ ਪਾਸੇ ਨੂੰ ਤੁਰ ਕੇ ਆਪਣੀ ਜ਼ਿੰਦਗੀ ਦਾ ਆਧਾਰ ਕਰ ਸਕਦਾ ਹੈਗਾ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਵੇਂ ਸਾਲ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਦੂਜੇ ਪਾਸੇ ਨੂੰ ਸਾਰੀਆਂ ਦੋਹਾਂ ਗੁਰਦੁਆਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵੱਡਾ ਧੰਨਵਾਦ ਇਹ ਆ, ਜਿਹੜੀਆਂ ਦੋਏ ਗੁਰਦੁਆਰਿਆਂ ਦੀਆਂ ਕਮੇਟੀਆਂ ਨੇ 3 ਮਹੀਨਿਆਂ ਤੋਂ ਬਹੁਤ ਵੱਡਾ ਉਪਰਾਲਾ ਕਰਕੇ ਇਹ 550 ਸਾਲਾ ਮਨਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਰਦਾਰ ਹਰਬੰਸ ਸਿੰਘ ਜੀ ਸੁੰਦਰ, ਜਿਨ੍ਹਾਂ ਨੇ ਆਪਣੇ ਸ਼ੁਭ ਵਿਚਾਰ ਸਾਰੀਆਂ ਸੰਗਤਾਂ ਨੂੰ ਸੁਣਾਏ ਹਨ। ਸੱਚ ਜਾਣਿਓ, ਇਹ ਜੋ ਦੋਹਾਂ ਗੁਰਦੁਆਰਾ ਸਾਹਿਬ ਦੀ ਸਾਂਝੀ ਕਮੇਟੀ ਬਣੀ ਹੈ, ਉਹਦੇ ਵਿੱਚ ਜੋ ਸਟੀਅਰਿੰਗ ਕਮੇਟੀ ਹੈ ਉਹਦੇ ਇਹ ਮੈਂਬਰ ਨੇ। ਔਰ ਜਦੋਂ ਵੀ ਇਹ ਉਸ ਮੀਟਿੰਗ ਵਿੱਚ ਸ਼ਾਮਲ ਹੁੰਦੇ ਨੇ, ਹਮੇਸ਼ਾ ਇਹਨਾਂ ਕੋਲੋਂ ਸਿਆਣਪ ਦੀ ਗੱਲ ਹੀ ਲਈ ਜਾਂਦੀ ਹੈ। ਸੋ ਅਸੀਂ ਉਮੀਦ ਰੱਖਦੇ ਹਾਂ ਕਿ ਇਸੇ ਤਰ੍ਹਾਂ ਹੀ ਇਹ ਸਾਰਿਆਂ ਸੰਗਤਾਂ ਦਾ ਫਿਊਚਰ ਵਿੱਚ ਵੀ ਸਾਥ ਦਿੰਦੇ ਰਹਿਣਗੇ। ਅੱਜ ਦੇ ਪ੍ਰੋਗਰਾਮ ਨੂੰ ਕਰਦਿਆਂ ਕਿਸੇ ਪ੍ਰਤੀ ਕੋਈ ਛੋਟਾ ਮੋਟਾ ਉੱਚਾ ਨੀਵਾਂ ਸ਼ਬਦ ਕਹਿ ਗਿਆ ਹੋਵੇ, ਦਾਸ ਖਿਮਾ ਦਾ ਜਾਚਕ ਹੈ। ਪ੍ਰੋਗਰਾਮ ਦੀ ਸਮਾਪਤੀ ਹੈ। ਆਨੰਦ ਸਾਹਿਬ ਜੀ ਦਾ ਪਾਠ ਕੀਤਾ ਜਾਏਗਾ, ਗੰਦੇ ਜੀ ਕਰਨਗੇ। ਉਸ ਤੋਂ ਉਪਰੰਤ ਅਰਦਾਸ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਸੰਗਤਾਂ ਜਾਣ। ਇੱਕ ਮੈਨੂੰ ਮੈਸੇਜ ਮਿਲਿਆ ਹੈ ਸਾਡੇ ਜਨਰਲ ਸਕੱਤਰ ਸਾਹਿਬ ਕੋਲੋਂ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਦੇ ਕਿ 550ਵੇਂ ਸਾਲ ਦੀ ਜੋ ਸੈਲੀਬ੍ਰੇਸ਼ਨ ਚੱਲ ਰਹੀ ਹੈ, ਉਸ ਮੁਤਾਬਕ ਸ੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਵਿਖੇ 10, 11 ਔਰ 12 ਨੂੰ ਰੱਖਿਆ ਜਾਏਗਾ। ਉਸ ਦਾ ਭੋਗ ਉਸੇ ਦਿਨ ਪਾਇਆ ਜਾਵੇਗਾ ਜਿਸ ਦਿਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜਨਮ ਦਿਨ ਹੈ, ਪ੍ਰਕਾਸ਼ ਦਿਹਾੜਾ ਹੈ।
ਤੇ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਸੇ ਤਰ੍ਹਾਂ ਹੀ ਹੁਮ ਹੁਮਾ ਕੇ ਉਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਦੀ ਕਿਰਪਾਲਤਾ ਕਰਿਓ ਜੇ। ਨਾਲ ਹੀ ਮੈਨੂੰ ਪਤਾ ਲੱਗਾ ਹੈ ਕਿ ਜਿਹੜੇ ਸੱਜਣ ਪਾਲਕੀ ਸਾਹਿਬ ਲੈ ਕੇ ਆਏ ਸਨ ਉਹ ਲੰਗਰ ਹਾਲ ਦੇ ਵਿੱਚ ਲੰਗਰ ਛਕ ਰਹੇ ਨੇ। ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਬੜੀ ਸੁੰਦਰ ਪਾਲਕੀ ਲਿਆ ਕੇ ਸਾਨੂੰ ਪੀਟਰਬਰ ਦੀਆਂ ਸਾਧ ਸੰਗਤਾਂ ਨੂੰ ਇੱਥੇ ਦਿਆਂ ਨੂੰ ਖੁਸ਼ ਕੀਤਾ ਹੈ। ਔਰ ਅਸੀਂ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਫਿਊਚਰ ਵਿੱਚ ਫਿਰ ਵੀ ਜਦੋਂ ਸਾਨੂੰ ਜ਼ਰੂਰਤ ਪਵੇਗੀ ਉਹ ਸਾਡਾ ਇਸੇ ਤਰ੍ਹਾਂ ਹੀ ਸਾਥ ਦੇਣਗੇ। ਇਸ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਹੈ। ਭੁੱਲ ਚੁੱਕਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।